ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਵਰ ਤਖਤ ਛਤਰ ਦੇ ਮਾਲਕ, ਲੋਕ ਪਰਲੋਕ ਸਹਾਏ ਹਾਜ਼ਰ ਨਾਜ਼ਰ ਵਾਲੀਏ ਕੁਲ ਆਲਮ ਦੋ ਜਹਾਂ ਮਾਲਕ, ਗੱਦੀ ਤੇ ਬਿਰਾਜਮਾਨ ਸ਼ਬਦ ਗੁਰੂ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤਿੰਨਾਂ ਦੇ ਅੱਜ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਵਿਖੇ ਆਏ ਮੁੱਖ ਵਾਕ ਦੇ ਅੱਖਰੀ ਵਿਚਾਰ। ਅੱਜ ਦੇ ਪਾਵਨ ਹੁਕਮ ਦੀ ਬਖਸ਼ਿਸ਼ ਦੇ ਅੱਖਰੀ ਅਰਥ ਇਸ ਪ੍ਰਕਾਰ ਹਨ ਜੀ। ਅੱਜ ਦੇ ਪਾਵਨ ਹੁਕਮ, ਅੱਜ ਦੇ ਪਾਵਨ ਮੁੱਖ ਵਾਕ ਭਗਤ ਕਬੀਰ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤੇ ਹੋਏ ਸੋਰਠ ਰਾਗ ਦੇ ਅੰਦਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤਿੰਨਾਂ ਦੇ ਪਾਵਨ ਅੰਗ 654 ਦੇ ਉੱਪਰ ਸੁਭਾਏਮਾਨ ਹਨ। ਗੁਰੂ ਪਿਆਰੀ ਸਾਧ ਸੰਗਤ ਜੀਓ, ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ ਸਮੂਹ ਸੰਗਤਾਂ ਆਪਣੀਆਂ ਹਾਜ਼ਰੀਆਂ ਗੁਰਦੇਵ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਲਗਾਓ, ਹੱਥ ਜੋੜੋ, ਮਸਤਕ ਝੁਕਾਓ, ਗੱਜ ਕੇ ਫਤਿਹ ਬੁਲਾਓ ਜੀ ਕਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ ਪ੍ਰਵਾਨ ਹੋਵੇ। ਗੁਰੂ ਪਿਆਰੀ ਸਾਧ ਸੰਗਤ ਜੀਓ, ਬਿਰਤੀਆਂ ਇਕਾਗਰਚਿਤ ਕਰੋ। ਆਪਾਂ ਅੱਜ ਦੇ ਪਾਵਨ ਹੁਕਮ ਦੀ ਬਖਸ਼ਿਸ਼ ਦੇ ਨਾਲ ਅੱਜ ਦੇ ਪਾਵਨ ਮੁੱਖ ਵਾਕ ਦੇ ਸ਼ਬਦੀ ਅਰਥਾਂ ਦੇ ਨਾਲ ਜੁੜਨ ਦਾ ਯਤਨ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਬ ਜਰੀਏ ਤਬ ਹੋਏ ਭਸਮ ਤਨ, ਰਹੈ ਕਿਰਮ ਦਲ ਖਾਈ। ਜਬ ਜਰੀਏ ਤਬ ਹੋਏ ਭਸਮ ਤਨ, ਰਹੈ ਕਿਰਮ ਦਲ ਖਾਈ। ਜਰੀਏ ਤੋਂ ਭਾਵ ਜਰੀਏ, ਜਾਰੀਏ ਸਾੜੀ ਦਾ ਹੈ, ਭਸਮ ਸੁਆ, ਤਨ ਸਰੀਰ। ਰਹਿ ਜੇ ਰੱਖਿਆ ਜਾਵੇ, ਕਿਸ ਦੇ ਵਿੱਚ ਟਿਕਾ ਕੇ, ਕਬਰ ਦੇ ਵਿੱਚ ਟਿਕਿਆ ਰਹੇ। ਕਿਰਮ ਕੀੜੇ ਖਾਈ ਖਾ ਜਾਂਦੇ ਨੇ। ਕਿਸ ਦੀ ਗੱਲ ਕਰ ਰਹੇ ਨੇ ਭਗਤ ਜੀ? ਤਨ ਦੀ। ਤਨ ਤੋਂ ਭਾਵ ਸਾਡਾ ਸਰੀਰ, ਸਾਡੀ ਹਿਊਮਨ ਬੋਡੀ, ਜਿਹੜਾ ਅਸੀਂ ਆਪ ਦੇ ਲੈ ਕੇ ਜਿਸ ਨੂੰ ਤੁਰੇ ਫਿਰਦੇ ਹਾਂ। ਸਮਝਣ ਦਾ ਯਤਨ ਕਰਿਓ ਸਾਧ ਸੰਗਤ ਜੀ। ਇਸ ਸਰੀਰ ਦੇ ਵਿੱਚ ਸਵਾਸਾਂ ਦੇ ਰੂਪੀ ਇੱਕ ਪੂੰਜੀ ਹੈ, ਇੱਕ ਆਤਮਾ ਹੈ। ਸਵਾਸ ਨੇ, ਜਦੋਂ ਸਵਾਸ ਖਤਮ ਹੋ ਗਏ, ਬੁਲਾਵਾ ਆ ਗਿਆ ਉਸ ਮਾਲਕ ਅਕਾਲ ਪੁਰਖ ਵਾਹਿਗੁਰੂ ਦੀ ਦਰਗਾਹ ਤੋਂ, ਪਰਮ ਪਿਤਾ ਪਰਮਾਤਮਾ ਦੀ ਦਰਗਾਹ ਤੋਂ। ਜਦੋਂ ਇਸ ਸਰੀਰ ਦੇ ਵਿੱਚੋਂ ਸਵਾਸ ਨਿਕਲ ਗਏ ਤਾਂ ਇਸ ਨੇ ਕੀ ਹੋ ਜਾਣਾ ਹੈ? ਮਿੱਟੀ ਬਣ ਜਾਣਾ। ਕਿਸ ਕਿਸ ਤਰ੍ਹਾਂ ਇਹ ਮਿੱਟੀ ਬਣੇਗਾ? ਮਰਨ ਪਿੱਛੋਂ, ਭਾਵ ਜਦੋਂ ਸਰੀਰ ਦੇ ਵਿੱਚੋਂ ਸਵਾਸ ਨਿਕਲ ਗਏ। ਸਾਧ ਸੰਗਤ ਜੀ, ਆਪ ਸੰਸਾਰ ਦੇ ਵਿੱਚ ਵਿਚਰਦੇ ਹੋ, ਭਲੀ ਭਾਂਤ ਜਾਣੂ ਕਿ ਮਰਨ ਦੇ ਪਿੱਛੋਂ ਸਰੀਰ ਨੂੰ ਚਿਖਾ ਦੇ ਵਿੱਚ ਸਾੜਿਆ ਜਾਏ ਤਾਂ ਇਹ ਸਵਾਹ ਹੋ ਜਾਂਦਾ ਹੈ। ਮਰਨ ਦੇ ਪਿੱਛੋਂ ਭਾਵ ਜਦੋਂ ਇਹ ਡੈੱਡ ਬੋਡੀ, ਜਿਹਨੂੰ ਆਪਾਂ ਡੈੱਡ ਬੋਡੀ ਕਹਿ ਦਿੰਦੇ ਹਾਂ, ਵੀ ਫਲਾਣਾ ਸਿੰਘ ਚੜ੍ਹਾਈ ਕਰ ਗਿਆ, ਫਲਾਣਾ ਬੰਦਾ ਚੜ੍ਹਾਈ ਕਰ ਗਿਆ, ਭਰਾ ਭਾਵ ਉਹ ਜੋ ਮਾਲਕ ਅਕਾਲ ਪੁਰਖ ਵਾਹਿਗੁਰੂ ਦੀ ਦਰਗਾਹ ਦੇ ਵਿੱਚੋਂ ਸਵਾਸਾਂ ਰੂਪੀ ਪੂੰਜੀ ਲੈ ਕੇ ਆਇਆ ਸੀ, ਉਸ ਮਾਤ ਲੋਕ ਦੇ ਵਿੱਚ, ਸੰਸਾਰ ਲੋਕ ਦੇ ਵਿੱਚ ਖਰਚ ਕੇ ਚਲਾ ਗਿਆ। ਕਿਉਂਕਿ ਸਾਧ ਸੰਗਤ ਜੀ, ਉਸ ਮਾਲਕ ਅਕਾਲ ਪੁਰਖ ਵਾਹਿਗੁਰੂ ਦੀ ਰਹਿਮਤ ਕਿਰਪਾ ਦਾ ਸਦਕਾ ਹੀ ਮਨੁੱਖ ਸੰਸਾਰ ਦੇ ਵਿੱਚ ਆਉਂਦਾ ਤੇ ਉਸਦੇ ਹੁਕਮ ਦੇ ਅਨੁਸਾਰ ਹੀ ਇੱਥੋਂ ਕੂਚ ਕਰ ਜਾਂਦਾ ਹੈ। ਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ, ਜਿਹਾ ਚੀਰੀ ਲਿਖਿਆ ਤੇਹਾ ਕਰਮ ਕਮਾਏ। ਜਿਹੋ ਜਿਹਾ ਤੁਰ ਦਰਗਾਹ ਤੋਂ ਕਰਮ ਲਿਖ ਕੇ ਲਿਆਉਂਦਾ, ਉਹੋ ਜਿਹਾ ਇੱਥੇ ਕਰਦਾ ਹੈ।
ਤੇ ਮਾਲਕ ਅਕਾਲ ਪੁਰਖ ਵਾਹਿਗੁਰੂ ਦੀ ਜਦੋਂ ਬੁਲਾਵਾ ਆ ਜਾਂਦਾ ਹੈ ਤਾਂ ਇੱਥੋਂ ਚਲਾ ਜਾਂਦਾ, ਤੇ ਉਸ ਤੋਂ ਬਾਅਦ ਕੀ ਹੋ ਜਾਂਦਾ, ਮਰਨ ਪਿੱਛੋਂ ਭਾਵ ਜਦੋਂ ਚਲਾ ਜਾਂਦਾ ਹੈ, ਹੁਣ ਸਰੀਰ ਦੇ ਵਿੱਚੋਂ ਸਵਾਸ ਨਿਕਲ ਜਾਂਦੇ ਨੇ। ਜੋ ਆਤਮਾ ਹੁੰਦੀ ਸਰੀਰ ਦੇ ਵਿੱਚ ਸਾਧ ਸੰਗਤ ਜੀ, ਉਹ ਨਿਕਲ ਜਾਂਦੀ ਆ ਤਾਂ ਫਿਰ ਪਿੱਛੇ ਸਰੀਰ ਰਹਿ ਜਾਂਦਾ ਹੈ, ਸਰੀਰ ਕਿਤੇ ਨਹੀਂ ਜਾਂਦਾ। ਆਤਮਾ ਸਰੀਰ ਦੇ ਵਿੱਚੋਂ ਨਿਕਲ ਕੇ ਉੱਡ ਜਾਂਦੀ ਆ, ਪਰ ਸਾਧ ਸੰਗਤ ਜੀ ਸਰੀਰ ਉੱਥੇ ਹੀ ਰਹਿੰਦਾ, ਮਾਤ ਲੋਕ ਤੇ ਹੀ ਰਹਿੰਦਾ ਹੈ। ਹੁਣ ਸਰੀਰ ਦੇ ਨਾਲ ਕੀ ਹੁੰਦਾ ਹੈ, ਭਗਤ ਜੀ ਕਹਿੰਦੇ ਨੇ ਵੀ ਜਬ ਜਰੀ ਹੈ, ਵੀ ਜੇਕਰ ਇਸ ਨੂੰ ਚਿਖਾ ਦੇ ਵਿੱਚ ਸਾੜਿਆ ਜਾਵੇ ਤਾਂ ਕੀ ਹੋਏਗਾ, ਤਬ ਹੋਏ ਭਸਮ ਤਨ, ਆਪ ਭਲੀ ਭਾਂਤ ਜਾਣੂ ਸੰਸਾਰ ਦੇ ਵਿੱਚ ਵਿਚਰਦੇ ਹੋ। ਪ੍ਰਾਣੀ ਜਦੋਂ ਚੜ੍ਹਾਈ ਕਰਦਾ ਹੈ, ਪਰਿਵਾਰਕ ਮੈਂਬਰ ਰਿਸ਼ਤੇਦਾਰ ਉਸ ਨੂੰ ਲੈ ਕੇ ਜਾਂਦੇ ਨੇ ਸ਼ਮਸ਼ਾਨ ਘਾਟ ਦੇ ਵਿੱਚ, ਲੱਕੜਾਂ ਚਿਣੀਆਂ ਜਾਂਦੀਆਂ ਨੇ, ਸਰੀਰ ਨੂੰ ਉੱਪਰ ਰੱਖ ਕੇ ਅੱਗ ਲਾਈ ਜਾਂਦੀ ਹੈ। ਵੇਖਦੇ ਵੇਖਦੇ ਅੱਗ ਦੀਆਂ ਲਾਟਾਂ ਦੇ ਵਿੱਚ ਉਹ ਸਰੀਰ ਆ ਜਿਹੜਾ ਉਹ ਸਵਾਹ ਦੇ ਨਾਲ ਸੁਆਹ ਹੋ ਜਾਂਦਾ ਹੈ, ਲੱਕੜਾਂ ਦੀ ਸੁਆਹ ਦੇ ਨਾਲ, ਬਾਲਣ ਦੀ ਸੁਆਹ ਦੇ ਨਾਲ ਉਹ ਵੀ ਸੁਆਹ ਹੋ ਜਾਂਦਾ। ਜੇ ਸਰੀਰ ਚਿਖਾ ਦੇ ਵਿੱਚ ਸਾੜਿਆ ਜਾਏ ਤਾਂ ਭਗਤ ਜੀ ਕਹਿੰਦੇ ਸੁਆਹ ਹੋ ਜਾਂਦਾ, ਪਰ ਜੇ ਇਸ ਨੂੰ ਕਬਰ ਦੇ ਵਿੱਚ ਟਿਕਿਆ ਰਹੇ, ਭਾਵ ਵੱਖ-ਵੱਖ ਧਰਮਾਂ ਦੀ ਸਾਧ ਸੰਗਤ ਜੀ ਵੱਖ-ਵੱਖ ਮਨੌਤ ਹੈ। ਕਿਸੇ ਧਰਮ ਦੇ ਵਿੱਚ ਸਰੀਰ ਨੂੰ ਸੰਸਕਾਰ ਕਰਦੇ ਨੇ, ਕਿਸੇ ਦੇ ਵਿੱਚ ਇਸ ਨੂੰ ਕਬਰ ਦੇ ਵਿੱਚ ਦਫਨਾਉਂਦੇ ਨੇ, ਤੇ ਕਿਸੇ ਧਰਮ ਦੇ ਵਿੱਚ ਇਸ ਨੂੰ ਖੁੱਲ੍ਹੇ ਅਸਮਾਨ ਦੇ ਹੇਠਾਂ ਛੱਡ ਦਿੱਤਾ ਜਾਂਦਾ ਹੈ, ਪਸ਼ੂ ਪਕਸ਼ੀ ਖਾ ਜਾਣ ਇਸ ਨੂੰ। ਕਬਰ ਦੇ ਵਿੱਚ ਟਿਕਿਆ ਰਹੇ ਤਾਂ ਕੀੜਿਆਂ ਦੇ ਦਲ ਇਸ ਨੂੰ ਖਾ ਜਾਂਦੇ ਨੇ। ਕੀੜਿਆਂ ਦੇ ਦਲ, ਸਾਧ ਸੰਗਤ ਜੀ, ਦਲ ਤੋਂ ਭਾਵ ਟੁਕੜੇ ਟੁਕੜੇ ਕਰਨਾ, ਕੀੜਿਆਂ ਦੇ ਦਲ ਇਸ ਨੂੰ ਖਾ ਜਾਂਦੇ ਨੇ ਤੇ ਖਾ ਕੇ ਮਿੱਟੀ ਕਰ ਦਿੰਦੇ ਨੇ। ਚਾਹੇ ਚਿਖਾ ਦੇ ਵਿੱਚ ਸਾੜਿਆ ਜਾਵੇ ਤਾਂ ਵੀ ਸੁਆਹ ਹੁੰਦਾ, ਚਾਹੇ ਕਬਰ ਦੇ ਵਿੱਚ ਰੱਖਿਆ ਜਾਵੇ ਤਾਂ ਵੀ ਇਹ ਮਿੱਟੀ ਹੋ ਜਾਂਦਾ ਹੈ। ਕਾਚੀ ਗਾਗਰ ਨੀਰ ਪਰਤ ਹੈ, ਯਾ ਤਨ ਕੀ ਇਹ ਵਡਾਈ। ਹੁਣ ਦੂਸਰੀ ਪੰਕਤੀ ਨੂੰ ਸਮਝਣ ਦਾ ਯਤਨ ਕਰਿਓ। ਕਾਚੀ ਗਾਗਰ ਨੀਰ ਪਰਤ ਹੈ, ਯਾ ਤਨ ਕੀ ਇਹ ਵਡਾਈ, ਵੀ ਭਲਿਆ ਕਾਹਦਾ ਮਾਣ ਕਰਦਾ ਸਰੀਰ ਦਾ, ਇੰਨੀ ਕੁ ਔਕਾਤ ਆ ਤੇਰੇ ਸਰੀਰ ਦੀ, ਇਹ ਅੰਤਮ ਦਸ਼ਾ ਹੈ ਤੇਰੇ ਸਰੀਰ ਦੀ, ਕਿਸ ਗੱਲ ਦਾ ਤੂੰ ਮਾਣ ਕਰਦਾ, ਇਹ ਤਨ ਦੀ ਕੀ ਵਡਿਆਈ ਹੈ। ਚਾਹੇ ਕੋਈ ਅਮੀਰ ਹੈ, ਚਾਹੇ ਗਰੀਬ ਹੈ, ਚਾਹੇ ਕੋਈ ਕਮਜ਼ੋਰ ਹੈ, ਚਾਹੇ ਕੋਈ ਤਾਕਤਵਰ ਹੈ, ਸਾਧ ਸੰਗਤ ਦੀ ਅੰਤ ਹੋਣਾ ਸਭ ਦਾ ਇੱਕੋ ਹੀ ਹੈ। ਕਾਚੀ ਗਾਗਰ, ਕਾਚੀ ਤੋਂ ਭਾਵ ਕੱਚੀ, ਗਾਗਰ ਕਹਿੰਦੇ ਨੇ ਘੜਾ, ਘੜਾ ਜਿਹੜਾ ਉਸ ਪੁਰਾਣੇ ਸਮਿਆਂ ਦੇ ਵਿੱਚ ਗਾਗਰ ਸ਼ਬਦ ਵਰਤਦੇ ਸੀਗੇ। ਨੀਰ ਕਹਿੰਦੇ ਨੇ ਜਲ ਨੂੰ, ਪਾਣੀ ਨੂੰ, ਪਰਤ ਪੈਂਦਾ ਹੈ ਤੇ ਨਿਕਲ ਜਾਂਦਾ ਹੈ। ਇਹ ਹੈ ਇਸ ਤਨ ਦੀ ਵਡਾਈ, ਮਹੱਤਤਾ, ਮਾਣ, ਫਕਰ। ਘੁਮਿਆਰ ਸਾਧ ਸੰਗਤ ਜੀ ਆਪਨੇ ਸੁਣੇ ਹੋਣਗੇ, ਜਿਹੜੇ ਘੜੇ ਤਿਆਰ ਕਰਦੇ ਨੇ, ਗਾਗਰਾਂ ਤਿਆਰ ਕਰਦੇ ਨੇ, ਉਹ ਪਹਿਲੋਂ ਕੱਚੀ ਮਿੱਟੀ ਦਾ ਤਿਆਰ ਕਰਦੇ ਨੇ ਤੇ ਉਹ ਸੁੱਕਣ ਤੇ ਕੁਝ ਸਮਾਂ ਲੱਗਦਾ ਉਸ ਨੂੰ। ਤੇ ਜੇ ਹੁਣ ਆਪਾਂ ਕਹੀਏ ਵੀ ਉਹ ਕੱਚੀ ਮਿੱਟੀ ਦਾ ਜਦੋਂ ਉਹ ਜੋ ਘੁਮਾਉਣ ਵਾਲਾ ਉਹਨਾਂ ਦਾ ਚੱਕਰ ਹੁੰਦਾ ਉਸ 'ਤੇ ਤਿਆਰ ਹੋਵੇ ਤੇ ਨਾਲ ਦੀ ਨਾਲ ਆਪਾਂ ਉਸ ਵਿੱਚ ਜਲ ਪਾਣੀ ਪਾ ਦਈਏ ਤਾਂ ਨਹੀਂ, ਉਹ ਸਾਧ ਸੰਗਤ ਜੀ ਨਾਲੇ ਤਾਂ ਪਾਣੀ ਡੁੱਲੇਗਾ, ਨਾਲੇ ਉਹ ਘੜਾ ਜਿਹੜਾ ਉਹ ਵੀ ਗਲ ਜਾਵੇਗਾ। ਯਾ ਤਨ ਕੀ ਇਹ ਵਡਾਈ, ਉਸ ਦੇ ਸਮਾਨ ਇਸ ਸਰੀਰ ਦੀ ਵਡਾਈ ਹੈ। ਜਿਵੇਂ ਕੱਚੇ ਘੜੇ ਦੇ ਵਿੱਚ ਪਾਣੀ ਪੈਂਦਾ ਤਾਂ ਘੜਾ ਗਲ ਕੇ ਪਾਣੀ ਬਾਹਰ ਨਿਕਲ ਜਾਂਦਾ ਏ, ਤਿਵੇਂ ਸਵਾਸ ਮੁੱਕ ਜਾਣ ਤੇ ਸਰੀਰ ਦੇ ਵਿੱਚੋਂ ਭੀ ਜਿੰਦ ਨਿਕਲ ਜਾਂਦੀ ਹੈ। ਸੋ ਸਰੀਰ ਦਾ ਇਤਨਾ ਕੁ ਹੀ ਮਾਨ ਹੈ ਜਿਤਨਾ ਕੁ ਕੱਚੇ ਘੜੇ ਦਾ। ਸਾਧ ਸੰਗਤ ਜੀ, ਜਿਤਨਾ ਕੁ ਕੱਚੇ ਘੜੇ ਦਾ। ਹੁਣ ਕੱਚੇ ਘੜੇ ਦੇ ਵਿੱਚ ਪਾਣੀ ਪਾਵਾਂਗੇ ਤਾਂ ਉਹ ਪਾਣੀ ਜਿਹੜਾ ਮਿੱਟੀ ਨੂੰ ਮੈਲਟ ਕਰ ਦੇਵੇਗਾ, ਭਾਵ ਗਾਲ ਦੇਵੇਗਾ, ਤੇ ਪਾਣੀ ਵੀ ਨਿਕਲ ਜੇਗਾ ਤੇ ਘੜਾ ਵੀ ਜਿਹੜਾ ਖਤਮ ਹੋ ਜਾਵੇਗਾ। ਤਾਂ ਭਗਤ ਜੀ ਕਹਿੰਦੇ ਨੇ, ਭਾਈ ਇੰਨਾ ਕੁ ਤੇਰੇ ਸਰੀਰ ਦਾ ਮਾਣ ਹੈ, ਇਤਨਾ ਕੁ ਤੇਰਾ ਸਰੀਰ ਹੈ ਜਿਸ ਦਾ ਤੂੰ ਇੰਨਾ ਮਾਣ ਕਰਦਾ, ਵੀ ਕੱਚੇ ਘੜੇ ਜਿੰਨੀ ਇਸ ਦੀ ਜੋ ਘੜੇ ਜਿੰਨਾ ਹੀ ਮਾਣ ਹੈ, ਕੋਈ ਇੰਨਾ ਜ਼ਿਆਦਾ ਮਾਣ ਇਸ ਦਾ ਹੈ ਨਹੀਂ ਗਾ। ਕਾਹੇ ਭਈਆ ਫਿਰ ਤੋਂ ਫੂਲਿਆ ਫੂਲਿਆ, ਫੂਲਿਆ ਫੂਲਿਆ ਭਾਵ ਹੰਕਾਰ ਦੇ ਵਿੱਚ ਮੱਤਾ ਹੋਇਆ। ਕਾਹੇ ਭਈਆ, ਭਈਆ ਕਹਿੰਦੇ ਨੇ ਭਾਈ, ਹੇ ਭਾਈ ਤੂੰ ਕਿਸ ਗੱਲੋਂ, ਕਾਹੇ ਭਾਵ ਕਿਸ ਗੱਲ,
ਹੰਕਾਰ ਦੇ ਵਿੱਚ ਆਫਰਿਆ ਹੋਇਆ ਹੈ। ਕਿਹੜੀ ਗੱਲ ਦਾ ਹੰਕਾਰ ਆ ਤੇਰੇ ਵਿੱਚ? ਕਿਸ ਗੱਲ ਦਾ ਹੰਕਾਰ ਹੈ? ਕਿਸ ਹੰਕਾਰ ਦੇ ਵਿੱਚ ਤੂੰ ਆਫਰਿਆ ਫਿਰਦਾ? ਹੇ ਭਾਈ, ਤੂੰ ਕਿਸ ਗੱਲੇ ਹੰਕਾਰ ਦੇ ਵਿੱਚ ਆਫਰਿਆ ਫਿਰਦਾ ਹੈ? ਕਾਹੇ ਭਈਆ ਫਿਰ ਤੋਂ ਫੂਲਿਆ ਫੂਲਿਆ। ਹੇ ਭਾਈ, ਤੂੰ ਕਿਸ ਗੱਲੇ ਹੰਕਾਰ ਦੇ ਵਿੱਚ ਆਫਰਿਆ ਫਿਰਦਾ ਹੈ? ਜਬ 10 ਮਾਸ ਉਰਦ ਮੁਖ ਰਹਿਤਾ, ਸੋ ਦਿਨ ਕੈਸੇ ਭੂਲਿਆ ਰਹਾਉ। ਜਬ 10 ਮਾਸ ਉਰਦ ਮੁਖ ਰਹਿਤਾ, ਸੋ ਦਿਨ ਕੈਸੇ ਭੂਲਿਆ ਰਹਾਉ। ਸਾਧ ਸੰਗਤ ਜੀ, ਇਸ ਪੰਕਤੀ ਦੇ ਭਾਵ ਅਰਥ ਸ਼ਬਦ ਅਰਥ ਸਮਝਣ ਦਾ ਯਤਨ ਕਰਿਓ। ਰਹਾਉ ਵਾਲੇ ਬੰਦ ਦੇ ਅੰਦਰ ਭਗਤ ਜੀ ਬਖਸ਼ਿਸ਼ ਕਰ ਰਹੇ ਨੇ 10 ਮਾਸ ਮਹੀਨੇ, ਉਰਦਮੁਖ ਮੂੰਹ ਦੇ ਭਾਰ ਉਲਟਾ, 100 ਦਿਨ ਉਹ ਸਮਾਂ, ਤੈਨੂੰ ਉਹ ਸਮਾਂ ਕਿਉਂ ਭੁੱਲ ਗਿਆ? ਤੈਨੂੰ ਉਹ ਸਮਾਂ ਕਿਉਂ ਭੁੱਲ ਗਿਆ ਜਦੋਂ ਤੂੰ ਮਾਂ ਦੇ ਪੇਟ ਵਿੱਚ ਉਰਦਮੁਖ ਭਾਵ ਮੂੰਹ ਦੇ ਭਾਰ ਉਲਟਾ, ਮਾਂ ਦੇ ਪੇਟ ਵਿੱਚ 10 ਮਹੀਨੇ ਉਲਟਾ ਟਿਕਿਆ ਰਿਹਾ ਸੈਂ। 10 ਮਹੀਨੇ ਮਾਂ ਦੇ ਪੇਟ ਵਿੱਚ ਉਲਟਾ ਟਿਕਿਆ ਰਿਹਾ ਸੈਂ, ਉਹ ਸਮਾਂ ਕਿਉਂ ਤੈਨੂੰ ਭੁੱਲ ਗਿਆ? ਇੱਥੇ ਭਗਤ ਜੀ ਰਹਾਉ ਭਾਵ ਵਿਸ਼ਰਾਮ ਦੇ ਕੇ ਬਖਸ਼ਿਸ਼ ਕਰ ਰਹੇ ਨੇ। ਰੇ ਨਰ ਗਰਭ ਕੁੰਡਲ ਜਬ ਆਸ਼ਤ, ਉਰਦ ਧਿਆਨ ਲਿਵ ਲਾਗਾ। ਗਰਭ ਦੇ ਵਿੱਚ, ਮਾਂ ਦੇ ਗਰਭ ਦੇ ਵਿੱਚ ਜਦੋਂ ਤੂੰ ਪੁੱਠੇ ਮੂੰਹ ਲਟਕਿਆ ਸੇ, ਮਾਂ ਦੇ ਪੇਟ ਵਿੱਚ 10 ਮਹੀਨੇ ਤੱਕ ਲਟਕਿਆ ਰਿਹਾ ਏ, ਉਹ ਦਿਨ ਤੈਨੂੰ ਹੁਣ ਇਸ ਸੰਸਾਰ ਦੇ ਵਿੱਚ ਪੈਰ ਪਾਉਂਦਿਆਂ ਹੀ ਕਿਵੇਂ ਭੁੱਲ ਗਿਆ? ਭਗਤ ਜੀ ਇੱਥੇ ਰਹਾਉ ਭਾਵ ਵਿਸ਼ਰਾਮ ਦੇ ਕੇ ਬਖਸ਼ਿਸ਼ ਕਰ ਰਹੇ। ਜਿਉ ਮਦ ਮਾਖੀ ਤਿਉ ਸਠੋਰ ਰਸ, ਜੋਰ ਜੋਰ ਧਨ ਕੀਆ। ਜਿਉ ਮਦ ਮਾਖੀ ਤਿਉ ਸਠੋਰ ਰਸ, ਜੋਰ ਜੋਰ ਧਨ ਕੀਆ। ਮਦ ਕਹਿੰਦੇ ਨੇ ਸ਼ਹਿਦ ਨੂੰ, ਸਠੋਰ ਨੇ ਮੂਰਖ ਨੇ, ਠੱਗ ਨੇ। ਜਿਉਂ ਜੀ ਭਾਵ ਜਿਉਂ ਮਾਖੀ ਰਸ ਜੋਰ ਜੋਰ ਕੇ ਮਦ ਕੀਆ, ਤਿਉਂ ਸਠਰ ਜੋਰ ਜੋਰ ਕੇ ਧਨ ਕੀਆ। ਜਿਵੇਂ ਮੱਖੀ ਨੇ ਫੁੱਲਾਂ ਦਾ ਰਸ ਜੋੜ ਜੋੜ ਕੇ ਸ਼ਹਿਦ ਕੀਤਾ ਇਕੱਠਾ ਤੇ ਲੈ ਗਏ ਹੋਰ ਲੋਕ, ਤਿਵੇਂ ਮੂਰਖ ਨੇ ਸਰਫੇ ਦੇ ਨਾਲ ਧਨ ਜੋੜਿਆ। ਜਿਉਂ ਮਦ ਮਾਖੀ, ਮਧੂ ਮੱਖੀ ਨੂੰ ਮਦ ਮਾਖੀ ਕਿਹਾ ਗਿਆ ਹੈ। ਤਿਉਂ ਸਠੋਰ ਰਸ, ਸਠੋਰ ਰਸ ਜੋਰ ਜੋਰ ਧਨ ਕੀਆ। ਜਿਵੇਂ ਮੱਖੀ ਫੁੱਲਾਂ ਦਾ ਰਸ ਜੋੜ ਜੋੜ ਕੇ ਸ਼ਹਿਦ ਇਕੱਠਾ ਕਰਦੀ ਹੈ, ਤਿਵੇਂ ਮੂਰਖ ਬੰਦੇ ਨੇ ਸਰਫੇ ਕਰ ਕਰਕੇ ਧਨ ਜੋੜਿਆ, ਪਰ ਆਖਰ ਉਹ ਬੇਗਾਨਾ ਹੋ ਗਿਆ। ਉਹ ਧਨ ਅੰਤ ਨੂੰ ਬੇਗਾਨਾ ਹੋ ਗਿਆ। ਜਿਵੇਂ ਸਾਧ ਸੰਗਤ ਜੀ ਭਗਤ ਜੀ ਨੇ ਉਦਾਹਰਨ ਦਿੱਤੀ ਹੈ, ਆਪ ਭਲੀ ਭਾਂਤ ਜਾਣੂ। ਪਿੰਡਾਂ ਦੇ ਵਿੱਚ ਰਹਿਣ ਵਾਲੇ ਹੋ, ਪਿੰਡਾਂ ਦੇ ਵਿੱਚ ਆਪਾਂ ਆਮ ਹੀ ਦਰਖਤਾਂ ਦੇ ਉੱਪਰ ਮਧੂ ਮੱਖੀਆਂ ਦਾ ਛੱਤਾ ਦੇਖਦੇ ਹਾਂ। ਉਹ ਵਿਚਾਰੀਆਂ ਸਾਰਾ ਦਿਨ ਮਿਹਨਤ ਕਰਦੀਆਂ ਨੇ, ਕਦੀ ਫਲਾਂ 'ਤੇ ਬੈਠਦੀਆਂ, ਕਦੀ ਫੁੱਲਾਂ 'ਤੇ ਬੈਠਦੀਆਂ, ਕਦੀ ਕਿਸ ਜਗ੍ਹਾ 'ਤੇ ਜਾਂਦੀਆਂ ਨੇ। ਲਿਆ ਲਿਆ ਕੇ ਉਹ ਆਪਣੇ ਛੱਤੇ ਦੇ ਵਿੱਚ ਉਹ ਸ਼ਹਿਦ ਆ ਜਿਹੜਾ ਉਹ ਇਕੱਠਾ ਕਰਦੀਆਂ ਨੇ, ਅਤੇ ਜਦੋਂ ਸ਼ਹਿਦ ਭਰ ਜਾਂਦਾ ਫਿਰ ਸ਼ਿਕਾਰੀ ਆਉਂਦੇ ਨੇ, ਉਹਨਾਂ ਨੂੰ ਪਾਸੇ ਕਰਕੇ ਡਾ ਕੇ ਤੇ ਉਹ ਸ਼ਹਿਦ ਲੈ ਜਾਂਦੇ ਨੇ। ਇਸੇ ਤਰ੍ਹਾਂ ਹੀ ਮੂਰਖ ਬੰਦੇ ਨੇ ਸਰਫੇ ਕਰ ਕਰਕੇ ਧਨ ਜੋੜਿਆ, ਪ੍ਰੋਪਰਟੀ ਬਣਾਈ, ਬੈਂਕ ਬੈਲੈਂਸ ਫੁੱਲ ਕਰ ਲਿਆ, ਪਰ ਆਖਰ ਨੂੰ ਜਦੋਂ ਮਨੁੱਖ ਇਸ ਜੀਵ ਇਸ ਸੰਸਾਰ ਤੋਂ ਕੂਚ ਕਰ ਗਿਆ ਤਾਂ ਉਹ ਦੁਨਿਆਵੀ ਧਨ ਸਾਧ ਸੰਗਤ ਜੀ ਉਹ ਬੇਗਾਨਾ ਹੋ ਗਿਆ। ਅਤੇ ਜਿਹੜਾ ਆਤਮਿਕ ਧਨ ਹੋਵੇਗਾ,
ਭਜਨ ਬੰਦਗੀ ਸਿਫਤ ਸਲਾਹ ਸੇਵਾ ਸਿਮਰਨ ਦਾ ਉਹ ਤਾਂ ਸਾਧ ਸੰਗਤ ਜੀ ਉਸ ਮਨੁੱਖ ਦੇ ਖਾਤੇ ਦੇ ਵਿੱਚ ਅਕਾਊਂਟ ਦੇ ਵਿੱਚ ਜਮ੍ਹਾਂ ਹੋਣਾ ਹੈ ਜਿਸ ਦੀ ਰਸਨਾ ਤੋਂ ਵਾਹਿਗੁਰੂ ਦਾ ਉਚਾਰਨ ਹੋਵੇ, ਜਿਸ ਦੀ ਰਸਨਾ ਤੋਂ ਉਸ ਮਾਲਕ ਅਕਾਲ ਪੁਰਖ ਵਾਹਿਗੁਰੂ ਦੀ ਭਜਨ ਬੰਦਗੀ ਸਿਫਤ ਸਲਾਹ ਸੇਵਾ ਸਿਮਰਨ ਹੋਵੇਗੀ। ਉਹ ਜਿਹੜਾ ਨਾਮ ਸਿਮਰਨ ਹੈ ਉਹ ਉਸ ਮਨੁੱਖ ਦੇ ਅਕਾਊਂਟ 'ਚ ਹੋਣਾ, ਤੇ ਜਿਹੜਾ ਦੁਨਿਆਵੀ ਧਨ ਹੈ ਜਿਹੜਾ ਅਸੀਂ ਸਰਫੇ ਕਰ ਕਰਕੇ ਜੋੜਦੇ ਹਾਂ ਉਹ ਆਖਰ ਨੂੰ ਬੇਗਾਨਾ ਹੋ ਜਾਂਦਾ ਹੈ। ਤੇ ਉਸ ਤੋਂ ਬਾਅਦ ਕੀ ਹੁੰਦਾ ਸਾਧ ਸੰਗਤ ਜੀ, ਮਰਤੀ ਬਾਰ ਲੇਹੋ ਲੇਹੋ ਕਰੀਐ ਭੂਤ ਰਹਿਨ ਕਿਉਂ ਦੀਆ। ਮਰਤੀ ਬਾਰ ਲੇਹੋ ਲੇਹੋ ਕਰੀਐ ਭੂਤ ਰਹਿਨ ਕਿਉਂ ਦੀਆ। ਲੇਹੋ ਲੇਹੋ ਲੈ ਜਾਓ ਚੱਕੋ ਚੱਕੋ ਲੈ ਚਲੋ। ਭੂਤ ਗੁਜ਼ਰ ਚੁੱਕਿਆ, ਪ੍ਰਾਣੀ ਮੁਰਦਾ, ਮੌਤ ਆਈ। ਤਾਂ ਸਭ ਇਹੀ ਆਖਦੇ ਨੇ ਸਾਧ ਸੰਗਤ ਜੀ, ਚਾਹੇ ਪਰਿਵਾਰਕ ਮੈਂਬਰ ਹੋਣ, ਸੰਸਾਰਿਕ ਮੈਂਬਰ ਹੋਣ, ਭਾਵ ਰਿਸ਼ਤੇਦਾਰ, ਦੋਸਤ, ਮਿੱਤਰ, ਸੱਜਣ, ਜੋ ਮਰਜ਼ੀ ਜਿੰਨੇ ਮਰਜ਼ੀ ਖਾਸ ਹੋਣ, ਜਦੋਂ ਮਨੁੱਖ ਗੁਜ਼ਰ ਗਿਆ ਤਾਂ ਸਾਰੇ ਇਹੀ ਆਖਦੇ ਨੇ ਕਿ ਭਾਈ ਲੈ ਚੱਲੋ ਹੁਣ ਇਹ ਬੀਤ ਚੁੱਕਾ ਹੈ, ਭਾਵ ਗੁਜ਼ਰ ਚੁੱਕਾ ਹੈ, ਖਤਮ ਹੈ। ਬਹੁਤਾ ਚਿਰ ਘਰ ਦੇ ਵਿੱਚ ਰੱਖਣ ਦਾ ਕੋਈ ਲਾਭ ਨਹੀਂ, ਬਹੁਤਾ ਚਿਰ ਘਰ ਦੇ ਵਿੱਚ ਰੱਖਣ ਦਾ ਹੁਣ ਇਸ ਨੂੰ ਲਾਭ ਨਹੀਂ। ਲੈ ਜਾਓ ਲੈ ਚੱਲੋ। ਦੇਹੁਰੀ ਲਈ ਲਓ ਬਰੀ ਨਾਰ ਸੰਗ ਭਈ ਆਗੇ ਸਜਣ ਸੁਹੇਲਾ। ਦੇਹੁਰੀ ਲਓ ਬਰੀ ਨਾਰ ਸੰਗ ਭਈ ਆਗੇ ਸਜਣ ਸੁਹੇਲਾ। ਦੇਹੁਰੀ ਕਹਿੰਦੇ ਨੇ ਘਰ ਦੀ ਦਹਲੀਜ਼ ਤੇ ਤੱਕ, ਘਰ ਦੀ ਬਾਹਰਲੀ ਦਹਲੀਜ਼ ਤੇ ਤੱਕ ਲਾਓ ਤੱਕ ਬਰੀ ਨਾਰ ਵਹੁਟੀ ਸੰਗ ਪਈ, ਨਾਲ ਹੋਈ ਨਾਲ ਗਈ। ਘਰ ਦੀ ਬਾਹਰਲੀ ਦਹਲੀਜ਼ ਤੱਕ ਵਹੁਟੀ ਉਸ ਮੁਰਦੇ ਪ੍ਰਾਣੀ ਦੇ ਨਾਲ ਜਾਂਦੀ ਹੈ ਤੇ ਅਗਾਂਹ ਫਿਰ ਉਸ ਦੇ ਸੱਜਣ ਮਿੱਤਰ, ਪਰਿਵਾਰਕ ਮੈਂਬਰ, ਰਿਸ਼ਤੇਦਾਰ ਉਸ ਨੂੰ ਮੋਢਿਆਂ ਤੇ ਚੱਕ ਲੈਂਦੇ ਨੇ। ਮਰਕਟ ਲਓ ਸਭ ਲੋਗ ਕਟੰਬ ਪਇਓ ਆਗੇ ਹੰਸ ਅਕੇਲਾ। ਮਰਕਟ ਕਹਿੰਦੇ ਨੇ ਮਸਾਨ, ਸ਼ਮਸ਼ਾਨ ਘਾਟ ਨੂੰ, ਮਸਾਨ ਨੂੰ। ਲਓ ਸਭ ਲੋਗ, ਮਰਕਟ ਮਸਾਨ ਤੱਕ ਸਾਰੇ ਬੰਦੇ ਜਾਂਦੇ ਨੇ। ਕੁਟੰਬ ਲੋਗ, ਕੁਟੰਬ ਪਰਿਵਾਰ, ਸਾਰੇ ਲੋਕ ਜੋ ਪਰਿਵਾਰਕ ਮੈਂਬਰ ਨੇ, ਰਿਸ਼ਤੇਦਾਰ ਨੇ, ਉਹ ਜਾਂਦੇ ਨੇ। ਆਗੇ ਹੰਸ, ਹੰਸ ਕਿਹਾ ਗਿਆ ਆਤਮਾ ਨੂੰ, ਅਕੇਲਾ ਇਕੱਲੀ। ਮਸਾਣਾ ਤੱਕ ਪਰਿਵਾਰ ਦੇ ਬੰਦੇ ਤੇ ਹੋਰ ਲੋਕ ਜਾਂਦੇ ਹਨ, ਪਰ ਪਰਲੋਕ ਦੇ ਵਿੱਚ ਤਾਂ ਜੀਵ ਆਤਮਾ ਇਕੱਲਾ ਹੀ ਜਾਂਦਾ ਹੈ। ਪਰਲੋਕ ਦੇ ਵਿੱਚ ਜੀਵ ਆਤਮਾ ਇਕੱਲੀ ਹੀ ਜਾਂਦੀ ਹੈ। ਮਸਾਣਾ ਤੱਕ ਪਰਿਵਾਰ ਦੇ ਹੋਰ ਬੰਦੇ ਜਾਂਦੇ ਨੇ। ਕਹਿਤ ਕਬੀਰ ਸੁਨੋ ਰੇ ਪ੍ਰਾਨੀ ਪਰੇ ਕਾਲ ਗ੍ਰਸ ਕੂਆ। ਕਹਿਤ ਕਬੀਰ ਸੁਨੋ ਰੇ ਪ੍ਰਾਨੀ ਪਰੇ ਕਾਲ ਗ੍ਰਸ ਕੂਆ। ਕੂਆ ਤੋਂ ਭਾਵ ਖੂਹ। ਕਾਲ ਗ੍ਰਸ ਕੂਆ, ਉਸ ਖੂਹ ਦੇ ਵਿੱਚ ਜਿਸ ਨੂੰ ਮੌਤ ਨੇ ਘੇਰਿਆ ਹੋਇਆ ਹੈ। ਕਬੀਰ ਆਖਦਾ ਹੈ, ਹੇ ਬੰਦੇ ਸੁਣ, ਤੂੰ ਉਸ ਖੂਹ ਵਿੱਚ ਡਿੱਗਾ ਪਿਆ ਹੈ ਜਿਸ ਨੂੰ ਮੌਤ ਨੇ ਘੇਰਿਆ ਹੋਇਆ ਹੈ। ਭਾਵ ਇਹ ਸੰਸਾਰ ਇੱਕ ਖੂਹ ਹੈ ਤੇ ਇਸ ਖੂਹ ਨੂੰ ਮੌਤ ਨੇ ਘੇਰਿਆ ਹੋਇਆ ਹੈ। ਜਿੱਧਰ ਮਰਜ਼ੀ ਭੱਜ ਲਾ, ਜੋ ਮਰਜ਼ੀ ਕਰ ਲਾ, ਮੌਤ ਤੈਨੂੰ ਅਵਸ਼ ਆਉਣੀ ਹੀ ਆਉਣੀ ਹੈ। ਭਾਵ ਸੰਸਾਰ ਦੇ ਵਿੱਚ ਮੌਤ ਅਵਸ਼ ਹੈ। ਝੂਠੀ ਮਾਇਆ ਆਪ ਬੰਦਾਇਆ ਜਿਉ ਨਲਨੀ ਭ੍ਰਮ ਸੂਆ। ਝੂਠੀ ਮਾਇਆ ਆਪ ਬੰਦਾਇਆ ਜਿਉ ਨਲਨੀ ਭ੍ਰਮ ਸੂਆ। ਆਪ ਆਪਣੇ ਆਪ ਨੂੰ, ਨਲਨੀ ਤੋਤੇ ਨੂੰ ਫੜਨ ਦੇ ਲਈ ਬਣਾਈ ਹੋਈ ਨਲਕੀ, ਭ੍ਰਮ, ਭ੍ਰਮ ਦੇ ਵਿੱਚ, ਡਰ ਦੇ ਵਿੱਚ, ਡੁੱਬਣ ਦੇ ਡਰ ਵਿੱਚ, ਸੂਆ ਤੋਤਾ। ਪਰ ਤੂੰ ਆਪਣੇ ਆਪ ਨੂੰ ਸੰਸਾਰੀ ਮਾਇਆ ਦੇ ਨਾਲ ਇਸ ਤਰ੍ਹਾਂ ਬੰਨ ਰੱਖਿਆ ਏ ਜਿਸ ਨਾਲ ਸਾਥ ਨਹੀਂ ਨਿਭਣਾ। ਜਿਵੇਂ ਤੋਤਾ ਮੌਤ ਦੇ ਡਰ ਤੋਂ ਆਪਣੇ ਆਪ ਨੂੰ ਨਲਨੀ ਨਾਲ ਚੰਬੋੜੀ ਰੱਖਦਾ ਏ, ਨਲਨੀ ਨਾਲ ਚੰਬੋੜਨਾ ਤੋਤੇ ਦੀ ਫਾਹੀ ਦਾ ਕਾਰਨ ਬਣਦਾ ਏ।
ਤੇ ਮਾਇਆ ਦੇ ਨਾਲ ਚੰਬੜੇ ਰਹਿਣਾ ਮਨੁੱਖ ਦੀ ਆਤਮਿਕ ਮੌਤ ਦਾ ਕਾਰਨ ਬਣਦਾ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਸਨ ਅੱਜ ਦੇ ਪਾਵਨ ਹੁਕਮ ਦੇ ਆਖਰੀ ਵਿਚਾਰ ਕਰਦਿਆਂ ਹੋਇਆਂ, ਬਾਣੀ ਪੜ੍ਹਦਿਆਂ ਹੋਇਆਂ ਦਾਸਰਿਆਂ ਤੋਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਤਰੁੱਟੀਆਂ ਰਹਿ ਗਈਆਂ ਹੋਣਗੀਆਂ। ਗੁਰੂ ਅਤੇ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ ਜੀ, ਬਖਸ਼ ਲੈਣਾ। ਇਤਨੀਆਂ ਕੁ ਹਾਜ਼ਰੀਆਂ, ਇਤਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਭੁੱਲ ਚੁੱਕ ਦੀ ਖਿਮਾ, ਗੱਜ ਕੇ ਫਤਿਹ ਬੁਲਾਓ ਜੀ, ਕਹੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।